ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਸਾਰੇ ਹੀ ਪੰਜਾਬ ਦੇ ਬੱਚਿਆਂ ਨੂੰ ਤੇ ਪੂਰੀ ਇੰਡੀਆ ਦੇ ਬੱਚਿਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸੋ ਗਣਤੰਤਰ ਦਿਵਸ ਜਾਂ ਫਿਰ ਰਿਪਬਲਿਕ ਡੇ ਕਿਉਂ ਮਨਾਇਆ ਜਾਂਦਾ ਹੈ? ਸੋ ਅੱਜ ਦਾ ਜੋ ਆਪਾਂ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਇਸ ਦਾ ਮਕਸਦ ਇਹੀ ਹੈ ਕਿ ਮੋਸਟ ਆਫ ਸਿਰਫ ਉਹ ਬੱਚੇ ਨਹੀਂ ਜੋ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਈਵਨ ਕਿ ਹਰ ਇੱਕ ਇੰਡੀਆ ਦੇ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਜੋ ਗਣਤੰਤਰ ਦਿਵਸ ਹੈ ਜਾਂ ਰਿਪਬਲਿਕ ਡੇ ਹੈ ਉਹ ਕਿਉਂ ਮਨਾਇਆ ਜਾਂਦਾ ਹੈ। ਇਹਦੇ ਪਿੱਛੇ ਰੀਜ਼ਨ ਕੀ ਹੈ? ਕਿਉਂ ਦੇਖੋ, ਆਪਾਂ 15 ਅਗਸਤ ਨੂੰ ਕੀ ਮਨਾਉਂਦੇ ਹਾਂ? ਸੁਤੰਤਰਤਾ ਦਿਵਸ, ਠੀਕ ਹੈ। ਤੇ 26 ਜਨਵਰੀ ਨੂੰ ਅਸੀਂ ਕੀ ਮਨਾਉਂਦੇ ਹਾਂ? ਸਾਡਾ ਗਣਤੰਤਰ ਦਿਵਸ। ਸੁਤੰਤਰ ਦਿਵਸ ਤੇ ਗਣਤੰਤਰ ਦਿਵਸ ਦੇ ਵਿੱਚ ਫਰਕ ਕੀ ਹੈ? ਮੋਸਟ ਆਫ ਬੱਚੇ ਹੋਣਗੇ, ਮੈਂ ਦੱਸ ਆਪਾਂ ਨਾਰਮਲੀ ਵੀ ਅਗਰ ਮੈਂ ਇੱਕ ਵਾਰ ਵੀਡੀਓ ਦੇਖੀ ਸੀ ਨੈਟ ਦੇ ਉੱਤੇ, ਤਾਂ ਉਹਦੇ ਉੱਤੇ ਕੁਛ ਪ੍ਰੈਸ ਵਾਲੇ ਲੋਕ ਕੁਐਸਚਨ ਪੁੱਛਦੇ ਹੁੰਦੇ ਆ ਨਾ, ਜੋ ਟੀਵੀ ਦੇ ਉੱਤੇ ਆਪਣਾ ਸ਼ੋਅ ਲੈ ਕੇ ਆਉਂਦੇ, ਉਹਦੇ ਵਿੱਚ ਪੁੱਛਿਆ ਜਾ ਰਿਹਾ ਸੀ ਬੱਚਿਆਂ ਤੋਂ ਕਿ ਇਹ ਆਪਣਾ ਜੋ ਗਣਤੰਤਰ ਦਿਵਸ ਹੈ ਜਾਂ 26 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ, ਤਾਂ ਮੋਸਟ ਆਫ ਬੱਚੇ ਕਹਿ ਰਹੇ ਸੀ ਇੰਡੀਪੈਂਡੈਂਸ ਡੇ। ਸੋ ਕਈ ਬੱਚਿਆਂ ਨੂੰ ਇੰਡੀਪੈਂਡੈਂਸ ਡੇ ਤੇ ਰਿਪਬਲਿਕ ਡੇ ਦੇ ਵਿੱਚ ਡਿਫਰੈਂਸ ਵੀ ਨਹੀਂ ਪਤਾ। ਸੋ ਚਲੋ, ਸਭ ਕੁਝ ਸਭ ਨੂੰ ਨਹੀਂ ਪਤਾ ਹੁੰਦਾ, ਬਟ ਜੋ ਅੱਜ ਦੀ ਵੀਡੀਓ ਦਾ ਸਾਡਾ ਮਕਸਦ ਹੈ ਇਹ ਇਹੀ ਹੈ ਕਿ ਤਾਂ ਜੋ ਪਤਾ ਲੱਗ ਸਕੇ ਕਿ ਜੋ 26 ਜਨਵਰੀ ਹੈ, ਜਿਹਨੂੰ ਅਸੀਂ 26 ਜਨਵਰੀ ਕਹਿੰਦੇ ਆ, ਉਸ ਦਿਨ ਹੁੰਦਾ ਕੀ ਹੈ। ਉਸ ਦਿਨ ਹੁੰਦਾ ਜੀ ਸਾਡਾ ਗਣਤੰਤਰ ਦਿਵਸ, ਤੇ ਜਾਂ ਫਿਰ ਉਸਨੂੰ ਕਹਿ ਦਿੰਦੇ ਨੇ ਰਿਪਬਲਿਕ ਡੇ ਆਫ ਇੰਡੀਆ। ਗਣਤੰਤਰ ਦਿਵਸ ਦਾ ਮਤਲਬ, ਸੁਤੰਤਰ ਦਾ ਮਤਲਬ ਕੀ ਹੈ ਕਿ ਸਾਡੇ ਦੇਸ਼ ਨੂੰ ਆਜ਼ਾਦੀ ਮਿਲੇ, ਤੇ ਗਣਤੰਤਰ ਦਾ ਮਤਲਬ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਵੱਲੋਂ ਬਣਾਇਆ ਕਾਨੂੰਨ ਸੀ ਜੋ ਲਾਗੂ ਹੋਇਆ ਸੀ। ਸੋ ਸਾਡਾ ਕਨਸਟੀਟਿਊਸ਼ਨ ਸੀ, ਜਦੋਂ ਇਨਫੋਰਸ ਕੀਤਾ ਗਿਆ ਜਾਂ ਤੁਸੀਂ ਅਫੈਕਟ ਦੇ ਵਿੱਚ ਲਿਆਇਆ ਗਿਆ, ਜਾਂ ਸਾਡਾ ਜੋ ਸੰਵਿਧਾਨ ਸੀ ਜਿਸ ਦਿਨ ਲਾਗੂ ਕੀਤਾ ਗਿਆ ਸੀ, ਉਸ ਦਿਨ ਮਨਾਇਆ ਜਾਂਦਾ ਹੈ ਸਾਡਾ ਰਿਪਬਲਿਕ ਡੇ, ਗਣਤੰਤਰ ਦਿਵਸ। ਸਭ ਨੂੰ ਪਤਾ ਹੈ ਕਿ ਜੋ ਸਾਡਾ ਦੇਸ਼ ਹੈ ਉਹ 15 ਅਗਸਤ 1947 ਨੂੰ ਹੀ ਆਜ਼ਾਦ ਹੋ ਚੁੱਕਿਆ ਸੀ, ਬਟ ਉਸ ਟਾਈਮ ਵੀ 15 ਅਗਸਤ 1947 ਨੂੰ ਆਜ਼ਾਦ ਹੋਣ ਤੋਂ ਬਾਵਜੂਦ ਵੀ ਸਾਡੇ ਉੱਤੇ ਸਾਡੇ ਵੱਲੋਂ ਬਣਾਇਆ ਸੰਵਿਧਾਨ ਹਲੇ ਤੱਕ ਲਾਗੂ ਨਹੀਂ ਸੀ ਹੋਇਆ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਜੋ ਸਾਡਾ ਸੰਵਿਧਾਨ ਲਿਖਣ ਦੇ ਲਈ ਇੱਕ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ 1946 ਦੇ ਵਿੱਚ, ਦਸੰਬਰ 1946 ਦੇ ਵਿੱਚ ਇੱਕ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਸਾਡਾ ਸੰਵਿਧਾਨ ਲਿਖਣ ਦੇ ਲਈ। ਤੇ ਉਸ ਸੰਵਿਧਾਨ ਨੂੰ ਲਿਖਣ ਦੇ ਲਈ ਪੂਰੇ 2 ਸਾਲ 11 ਮਹੀਨੇ 18 ਦਿਨ ਲੱਗੇ ਸਨ। ਕਿੰਨੇ ਸਾਲ ਲੱਗੇ ਸਨ? 2 ਸਾਲ 11 ਮਹੀਨੇ 18 ਦਿਨ, ਅਪਰੋਕਸੀਮੇਟਲੀ 3 ਸਾਲ ਲੱਗ ਗਏ ਸਨ ਸਾਡਾ ਸੰਵਿਧਾਨ ਬਣਨ ਨੂੰ। ਉਹਨਾਂ ਸਮੇਂ ਕਹਿ ਦਿੰਦੇ ਨੇ, ਕਹਿੰਦੇ ਬ੍ਰਿਟਿਸ਼ ਪਾਰਲੀਮੈਂਟ ਨੋ ਲੌਂਗਰ ਮੇਡ ਆਰ ਲਾਜ਼, ਕਹਿੰਦੇ 15 ਅਗਸਤ 1947 ਲਈ ਸਾਡੇ ਇੰਡੀਆ ਦਾ ਕੋਈ ਵੀ ਕੀ ਨਹੀਂ ਸੀ ਬਣਿਆ ਹੋਇਆ, ਲਾਅ ਨਹੀਂ ਸੀ ਬਣਿਆ ਹੋਇਆ। ਈਵਨ ਕਿ ਸਾਨੂੰ ਪਤਾ ਹੈ ਕਿ ਜਿੰਨਾ ਟਾਈਮ ਸਾਡਾ ਗਣਤੰਤਰ ਦਿਵਸ ਨਹੀਂ ਜਾਂ ਸਾਡੇ ਉੱਤੇ ਸਾਡਾ ਸੰਵਿਧਾਨ ਲਾਗੂ ਨਹੀਂ ਹੋਇਆ, ਉਨਾ ਟਾਈਮ ਜੋ ਸਾਡਾ ਨੋਮੀਨਲ ਹੈੱਡ ਰਿਹਾ ਹੈ, ਸਾਡੀ ਕੰਟਰੀ ਦਾ ਆਜ਼ਾਦੀ ਮਿਲਣ ਤੋਂ ਬਾਅਦ ਵੀ ਜੋ ਸਾਡਾ ਨੋਮੀਨਲ ਹੈੱਡ ਰਿਹਾ ਹੈ, ਸਾਡੇ ਉੱਤੇ ਕੌਣ ਰਿਹਾ ਹੈ? ਉਹ ਬ੍ਰਿਟਿਸ਼ ਰੂਲ ਹੀ ਰਿਹਾ ਹੈ। ਇਸ ਤੋਂ ਇਲਾਵਾ ਕਹਿੰਦੇ ਕਿ ਜੋ ਸਾਡਾ ਕਨਸਟੀਟਿਊਸ਼ਨ ਹੈ, ਜਦ ਸਾਡਾ ਸੰਵਿਧਾਨ ਹੈ, ਇਹ 26 ਜਨਵਰੀ 1950, ਯਾਦ ਰੱਖਣਾ ਹੈ ਕਿ ਜੋ ਸਾਡਾ ਸੰਵਿਧਾਨ ਹੈ ਇਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਲਾਗੂ 26 ਜਨਵਰੀ 1950 ਨੂੰ ਹੀ ਕਿਉਂ ਕੀਤਾ ਗਿਆ ਸੀ? ਇਸ ਦੇ ਪਿੱਛੇ ਵੀ ਇੱਕ ਇਤਿਹਾਸ ਹੈ, ਕਿਉਂਕਿ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡਾ ਸੰਵਿਧਾਨ ਹੈ, ਅਗਰ ਉਹ 1946 ਦਸੰਬਰ ਦੇ ਵਿੱਚ ਉਹਦੀ ਇਲੈਕਸ਼ਨਸ ਹੋਈਆਂ, ਉਹ ਬਣਨਾ ਸਟਾਰਟ ਹੋਇਆ, ਤਾਂ ਉਸ ਨੂੰ ਬਣਦੇ ਬਣਦੇ 2 ਸਾਲ 11 ਮਹੀਨੇ 18 ਦਿਨ ਲੱਗੇ ਸਨ। ਤੇ ਸਾਡਾ ਜੋ ਸੰਵਿਧਾਨ ਸੀ ਉਸ ਨੂੰ ਅਡਾਪਟ ਕਿਸ ਦਿਨ ਕੀਤਾ ਗਿਆ ਸੀ? ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਤੇ ਉਸ ਨੂੰ ਉਸ ਦਿਨ ਅਡਾਪਟ ਕਰ ਲਿਆ ਗਿਆ ਸੀ। ਇਹ ਸਾਡਾ ਪ੍ਰੀਐਂਬਲ ਹੈ, ਸਾਡੇ ਕਨਸਟੀਟਿਊਸ਼ਨ ਦਾ ਇੰਡੈਕਸ ਹੈ, ਜੋ ਸਾਡੇ ਕਨਸਟੀਟਿਊਸ਼ਨ ਦਾ ਸਭ ਤੋਂ ਪਹਿਲਾ ਪੇਜ ਹੈ, ਜਿਸ ਨੂੰ ਪ੍ਰਸਤਾਵਨਾ ਕਿਹਾ ਜਾਂਦਾ ਹੈ। ਇਸ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ ਜੋ ਸਾਡਾ ਸੰਵਿਧਾਨ ਹੈ ਉਹ 26 ਨਵੰਬਰ 1949 ਨੂੰ ਕੀ ਹੋ ਗਿਆ ਸੀ? ਬਣ ਕੇ ਤਿਆਰ ਕੇ ਉਸ ਨੂੰ ਅਡਾਪਟ ਕਰ ਲਿਆ ਗਿਆ ਸੀ। ਅਗਰ ਪਤਾ ਹੋਵੇ ਤਾਂ ਸਾਡਾ ਸੰਵਿਧਾਨ ਹੈ ਜੋ ਇੰਨੇ ਟਾਈਮ ਦੇ ਵਿੱਚ ਬਣ ਗਿਆ ਸੀ, ਤੇ ਇਸ ਨੂੰ ਅਡਾਪਟ ਕਰ ਲਿਆ ਗਿਆ ਸੀ 26 ਨਵੰਬਰ 1949 ਨੂੰ।
ਫਿਰ ਐਸਾ ਕੀ ਸਿਸਟਮ ਸੀ ਜਾਂ ਐਸਾ ਕੀ ਇਤਿਹਾਸ ਸੀ ਇਸ ਦੇ ਪਿੱਛੇ ਕਿ ਜੋ ਸਾਡਾ ਸੰਵਿਧਾਨ ਹੈ ਉਸੇ ਦਿਨ ਲਾਗੂ ਕਿਉਂ ਨਹੀਂ ਸੀ ਕੀਤਾ ਗਿਆ? ਕਿਉਂ ਉਸਨੂੰ 26 ਜਨਵਰੀ 1950 ਨੂੰ ਹੀ ਲਾਗੂ ਕੀਤਾ ਗਿਆ? ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਜੋ ਸਾਡਾ ਸੰਵਿਧਾਨ ਹੈ ਉਹ 26 ਨਵੰਬਰ 1949 ਨੂੰ ਕੀ ਹੈ ਅਡਾਪਟ ਕਰ ਲਿਆ ਗਿਆ ਸੀ। ਸਾਡਾ ਕਨਸਟੀਟਿਊਸ਼ਨ ਅਡਾਪਟ ਕਰ ਲਿਆ ਗਿਆ ਸੀ, ਬਟ ਇਹ ਇਨਫੋਰਸ ਦੇ ਵਿੱਚ ਕਦੋਂ ਆਇਆ ਸੀ? 26 ਜਨਵਰੀ 1949 ਨੂੰ ਆਇਆ ਸੀ। ਹੁਣ ਇਸ ਦੇ ਸੌਰੀ 1950 ਨੂੰ ਆਇਆ ਸੀ 26 ਜਨਵਰੀ, ਇਨਫੋਰਸ ਦੇ ਵਿੱਚ ਲਾਗੂ ਕੀਤਾ ਗਿਆ ਸੀ। ਹੁਣ ਇਹ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ ਸੀ? ਇਸ ਦੇ ਪਿੱਛੇ ਇੱਕ ਇਤਿਹਾਸ ਹੈ ਬਹੁਤ ਵੱਡਾ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੱਲਬਾਤ ਕਰਦੇ ਹਾਂ ਆਪਾਂ 1928 ਦੇ ਸਮੇਂ ਦੀ। 1928 ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਇੱਕ ਕਮਿਸ਼ਨ ਸਾਡੀ ਕੰਟਰੀ ਦੇ ਵਿੱਚ ਆਇਆ ਸੀ ਜਿਸ ਦਾ ਨਾਂ ਸੀ ਸਾਈਮਨ ਕਮਿਸ਼ਨ। ਆਲਮੋਸਟ ਸਾਰੇ ਬੱਚਿਆਂ ਨੂੰ ਪਤਾ ਹੋਏਗਾ ਕਿ 1928 ਦੇ ਵਿੱਚ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਆਇਆ ਸੀ, ਜਿਸ ਦੇ 7 ਮੈਂਬਰ ਸਨ ਤੇ ਸੱਤੋਂ ਦੇ ਸੱਤੋਂ ਮੈਂਬਰ ਕੌਣ ਸਨ? ਬ੍ਰਿਟਿਸ਼ਰ ਸਨ। ਉਸ ਸਮੇਂ ਤੋਂ 1928 ਤੋਂ ਹੀ ਸਾਡੇ ਸੰਵਿਧਾਨ ਦੀ ਜੋ ਇੱਕ ਬਣਤਰ ਹੈ ਉਹ ਬਣਨੀ ਸਟਾਰਟ ਹੋ ਚੁੱਕੀ ਸੀ। ਸੋ ਹੁੰਦਾ ਕੀ ਹੈ ਕਿ 1928 ਦੇ ਵਿੱਚ ਜੋ ਸਾਈਮਨ ਕਮਿਸ਼ਨ ਹੈ ਉਹ ਕੰਟਰੀ ਦੇ ਵਿੱਚ ਆਉਂਦਾ ਹੈ, ਜਿਸ ਦੇ 7 ਮੈਂਬਰ ਸਨ ਤੇ ਸੱਤੋਂ 7 ਮੈਂਬਰ ਬ੍ਰਿਟਿਸ਼ਰ ਸਨ। ਹੁਣ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਆਉਂਦਾ ਕਿਉਂ ਹੈ? ਇਹ ਇਸ ਕਰਕੇ ਆਉਂਦਾ ਹੈ ਕਿ ਇਸ ਤੋਂ ਪਹਿਲਾਂ ਇੱਕ ਗਵਰਨਮੈਂਟ ਆਫ ਇੰਡੀਆ ਐਕਟ 1919 ਮੌਂਟੇਗਿਓ ਚੈਮਸਫੋਰਡ ਰਿਫਾਰਮਸ ਆਈਆਂ ਸੀ। ਇੱਕ ਗਵਰਨਮੈਂਟ ਆਫ ਇੰਡੀਆ ਐਕਟ 1919 ਆਇਆ ਸੀ, ਜਿਸ ਦੇ ਵਿੱਚ ਇੰਡੀਆ ਦੇ ਪੋਲਿਟਿਕਸ ਜਾਂ ਇੰਡੀਆ ਦੇ ਸੰਵਿਧਾਨਿਕ ਢਾਂਚੇ ਲਈ ਕੁਝ ਸਕੈਲਟਨ ਜਿਹਾ ਬਣਾਇਆ ਗਿਆ ਸੀ। ਜਿਵੇਂ ਫੋਰ ਐਗਜ਼ਾਮਪਲ ਉਸ ਦੇ ਵਿੱਚ ਡਰਾਰਕੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ, ਬਾਈ ਕੈਮਰਲਿਜ਼ਮ ਦੀ ਗੱਲ ਕੀਤੀ ਗਈ ਸੀ। ਸੋ ਕੁਝ ਕੁ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਸਨ ਗਵਰਨਮੈਂਟ ਆਫ ਇੰਡੀਆ ਐਕਟ 1919 ਤੇ ਉਸ ਗਵਰਨਮੈਂਟ ਆਫ ਇੰਡੀਆ ਐਕਟ 1919 ਜਿਸ ਨੂੰ ਮੌਂਟੇਗਿਓ ਚੈਮਸਫੋਰਡ ਰਿਫਾਰਮ ਕਿਹਾ ਜਾਂਦਾ ਹੈ, ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਕਿਸ ਨੂੰ ਬੁਲਾਇਆ ਗਿਆ ਸੀ? ਜਿਸ ਆਇਆ ਸੀ ਉਸ ਨੂੰ ਬੁਲਾਇਆ ਨਹੀਂ ਸੀ ਗਿਆ, ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਬ੍ਰਿਟਿਸ਼ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਜਿਸ ਦਾ ਨਾਮ ਸੀ ਸਾਈਮਨ ਕਮਿਸ਼ਨ। ਤੇ ਉਹ ਕਿਸ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀ? ਚੇਅਰਮੈਨ ਸਰ ਜੋਹਨ ਸਾਈਮਨ, ਜੋ ਉਸ ਦਾ ਹੈੱਡ ਸੀ ਕਮਿਸ਼ਨ ਦਾ, ਉਸ ਦੇ ਨਾਮ ਦੇ ਉੱਤੇ ਹੀ ਇਸ ਦਾ ਨਾਮ ਰੱਖਿਆ ਗਿਆ ਸੀ। ਇਹ 8 ਨਵੰਬਰ 1927 ਨੂੰ ਇਹ ਕਮਿਸ਼ਨ ਬਣ ਕੇ ਤਿਆਰ ਹੋ ਗਿਆ ਸੀ ਤੇ ਆਇਆ ਕੀ ਕਰਨ ਸੀ? ਉਹ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਕੁਝ ਕੁ ਰਿਫਾਰਮਸ ਕਰਨ ਦੇ ਲਈ ਇੰਡੀਆ ਦੇ ਵਿੱਚ ਆਇਆ ਸੀ। ਸੋ ਜੋ ਗਵਰਨਮੈਂਟ ਆਫ ਇੰਡੀਆ ਐਕਟ ਉਸ ਨੂੰ ਮੌਂਟੇਗਿਓ ਚੈਮਸਫੋਰਡ ਰਿਫਾਰਮ ਵੀ ਕਿਹਾ ਜਾਂਦਾ ਹੈ। ਕਹਿੰਦੇ ਨੋਟ ਦੈਟ ਦ ਲਾਸਟ ਕਨਸਟੀਟਿਊਸ਼ਨਲ ਰਿਫਾਰਮ ਐਟ ਦਿਸ ਸਟੇਜ ਵਾਸ ਮੌਂਟੇਗਿਓ ਚੈਮਸਫੋਰਡ ਰਿਫਾਰਮ 1919, partially responsibility given the provincial government and central and provincial budget separate। ਸੋ ਇਸ ਦੇ ਵਿੱਚ ਜੋ ਕੁਝ ਕੁ ਪ੍ਰੋਵੀਜ਼ਨ ਸਨ ਜੋ ਇੰਡੀਅਨਸ ਦੇ ਲਈ ਕੀ ਸਨ, ਹਾਰਡ ਸਨ, ਉਹਨਾਂ ਨੂੰ ਐਕਸੈਪਟ ਕਰਨਾ ਜਾਂ ਇੰਡੀਅਨਸ ਨੂੰ ਸਪਰੈਸ ਕਰਦੀਆਂ ਸਨ, ਜਿਸ ਕਰਕੇ ਇੰਡੀਅਨਸ ਇਸ ਦੇ ਵਿੱਚ ਕੀ ਚਾਹੁੰਦੇ ਸਨ? ਕੁਝ ਕੁ ਰਿਫਾਰਮਸ ਚਾਹੁੰਦੇ ਸਨ, ਜਿਸ ਕਰਕੇ ਬ੍ਰਿਟਿਸ਼ ਸਰਕਾਰ ਨੇ ਇੱਕ ਕੀ ਬਣਾਇਆ? ਕਮਿਸ਼ਨ ਬਣਾਇਆ, ਸਾਈਮਨ ਕਮਿਸ਼ਨ, ਤੇ 1928 ਦੇ ਵਿੱਚ ਉਸਨੂੰ ਇੰਡੀਆ ਦੇ ਵਿੱਚ ਭੇਜਿਆ। ਬਟ ਇੰਡੀਆ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ ਕਿ ਇੰਡੀਆ ਦੇ ਲਈ ਤੁਸੀਂ ਕੁਝ ਬਣਾ ਰਹੇ ਹੋ, ਇੰਡੀਆ ਦੀ ਗਵਰਨਮੈਂਟ ਦੇ ਵਿੱਚ ਕੁਝ ਰਿਫਾਰਮਸ ਕਰਨੀਆਂ ਨੇ, ਤੁਸੀਂ ਇੰਡੀਆ ਦੀ ਕਨਸਟੀਟਿਊਸ਼ਨ ਜਾਂ ਇੰਡੀਆ ਦੇ ਸੰਵਿਧਾਨਿਕ ਢਾਂਚੇ ਦੇ ਵਿੱਚ ਤੁਸੀਂ ਕੁਝ ਚੇਂਜਸ ਕਰਨੀਆਂ ਨੇ, ਇੰਡੀਆ ਦੇ ਰਾਜਨੀਤਿਕ ਜਾਂ ਪ੍ਰਬੰਧਕ ਢਾਂਚੇ ਦੇ ਵਿੱਚ ਤੁਸੀਂ ਕੁਝ ਚੇਂਜਸ ਕਰਨੀਆਂ ਨੇ, ਬਟ ਉਸ ਦੇ ਲਈ ਤੁਸੀਂ ਬ੍ਰਿਟਿਸ਼ ਦੇ ਹੀ ਚੁਣੇ ਨੇ। 7 ਮੈਂਬਰ ਨੇ ਕਮਿਸ਼ਨ ਦੇ ਵਿੱਚ, ਸੱਤੋਂ ਦੇ ਸੱਤੋਂ ਮੈਂਬਰ ਬ੍ਰਿਟਿਸ਼ਰਸ ਨੇ ਤੇ ਉਹ ਸੱਤੋਂ ਦੇ ਸੱਤੋਂ ਮੈਂਬਰ ਬੈਠੇ ਹੋਏ ਨੇ ਲੰਡਨ ਦੇ ਵਿੱਚ, ਬਟ ਚੇਂਜਸ ਤੁਸੀਂ ਇੰਡੀਆ ਦੇ ਲਈ ਕਰ ਰਹੇ ਹੋ। ਉਹਦੇ ਵਿੱਚ ਤੁਸੀਂ ਇੱਕ ਵੀ ਬੰਦਾ ਇੰਡੀਅਨ ਨਹੀਂ ਰੱਖਿਆ, ਜੋ ਕਿ ਇੱਕ ਤਰੀਕੇ ਦੀ ਇੰਡੀਅਨਸ ਦੀ ਇਨਸਲਟ ਕੀਤੀ ਗਈ ਸੀ। ਸੋ ਜਿਸ ਕਰਕੇ ਇੰਡੀਆ ਦੇ ਹਰ ਇੱਕ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਹੋਵੇ, ਚਾਹੇ ਉਹ ਮੁਸਲਿਮ ਲੀਗ ਹੋਵੇ, ਚਾਹੇ ਕੋਈ ਵੀ ਪਾਰਟੀ, ਇੱਕ ਯੂਨੀਨਿਸਟ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਇਹ ਡਿਸਾਈਡ ਕਰ ਲਿਆ ਸੀ ਕਿ ਅਸੀਂ ਇਸ ਕਮਿਸ਼ਨ ਦਾ ਕੀ ਕਰਾਂਗੇ? ਬਾਈਕਾਟ ਕਰਾਂਗੇ। ਸਾਈਮਨ ਕਮਿਸ਼ਨ ਦਾ ਅਸੀਂ ਕੀ ਕਰਾਂਗੇ? ਬਾਈਕਾਟ। ਰੀਜ਼ਨ ਵੀ ਇਹਦੇ ਪਿੱਛੇ ਇਹੀ ਸੀ ਕਿ ਇਹਦੇ ਵਿੱਚ ਸੱਤੋਂ ਦੇ ਸੱਤੋਂ ਮੈਂਬਰ ਸਨ ਬ੍ਰਿਟਿਸ਼ਰਸ ਤੇ ਉਹਨਾਂ ਨੂੰ ਇੰਡੀਆ ਦੀ ਪੋਲਿਟਿਕਸ ਦਾ ਕੀ ਹੀ ਆਈਡੀਆ ਹੋਏਗਾ ਕਿ ਇੰਡੀਆ ਦੇ ਲੋਕ ਕਿਸ ਚੀਜ਼ ਤੋਂ ਸਫਰ ਕਰ ਰਹੇ ਨੇ। ਸੋ ਜਿਸ ਕਰਕੇ ਇਸ ਕਮਿਸ਼ਨ ਦਾ, ਸਾਈਮਨ ਕਮਿਸ਼ਨ ਦਾ, ਪੂਰੇ ਭਾਰਤ ਦੇ ਵਿੱਚ ਕਾਲੇ ਝੰਡਿਆਂ ਦੇ ਨਾਲ ਵਿਦਰੋਹ ਕੀਤਾ ਗਿਆ ਸੀ ਤੇ ਗੋ ਸਾਈਮਨ ਬੈਕ ਦੇ ਕੀ ਲਗਾਏ ਗਏ ਸਨ? ਨਾਰੇ ਲਗਾਏ ਗਏ ਸਨ। ਤੇ
ਤੇ ਇਸ ਕਮਿਸ਼ਨ ਦੇ ਇੱਕ ਹੀ ਪ੍ਰੋਟੈਸਟ ਇੱਕ ਧਰਨੇ ਦੇ ਵਿੱਚ ਲਾਲਾ ਲਾਜਪਤ ਰਾਏ ਵੀ ਕੀ ਹੋ ਗਏ ਸਨ, ਸ਼ਹੀਦ ਹੋ ਗਏ ਸਨ। ਜਦੋਂ ਬ੍ਰਿਟਿਸ਼ ਸਰਕਾਰ ਨੇ ਦੇਖਿਆ ਕਿ ਇੰਨਾ ਜ਼ਿਆਦਾ ਪ੍ਰੋਟੈਸਟ ਸਾਈਮਨ ਕਮਿਸ਼ਨ ਦਾ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਵਿਦਰੋਹ ਕੀਤਾ ਜਾਂਦਾ ਹੈ, ਤਾਂ ਉਸ ਸਮੇਂ ਇੰਡੀਆ ਦੇ ਇੱਕ ਬ੍ਰਿਟਿਸ਼ਰ ਦੇ ਇੱਕ ਗਵਰਨਰ ਨੇ ਇੰਡੀਅਨਸ ਨੂੰ ਚੈਲੰਜ ਕੀਤਾ। ਉਸ ਦਾ ਨਾਮ ਕੀ ਸੀ? ਬਿਰਕਹੈਂਡਸ ਚੈਲੰਜ। ਠੀਕ ਹੈ, ਇਸ ਨੂੰ ਆਪਾਂ ਕਹਿ ਸਕਦੇ ਹਾਂ ਇੱਕ ਇੰਡੀਆ ਜੋ ਬ੍ਰਿਟਿਸ਼ਰਸ ਦਾ ਹੀ ਇੱਕ ਗਵਰਨਰ ਸੀ, ਬਿਰਕਨ ਹੈਡ। ਠੀਕ ਹੈ, ਬਿਰਕਨ ਹੈਡ ਨਾਮ ਦਾ ਇੱਕ ਲਾਰਡ ਸੀ, ਗਵਰਨਰ ਸੀ ਬਿਰਕਨ ਹੈਡ। ਉਸਨੇ ਕੀ ਕੀਤਾ? ਉਸਨੇ ਇੰਡੀਅਨਸ ਨੂੰ ਚੈਲੰਜ ਕੀਤਾ। ਕੀ ਚੈਲੰਜ ਕੀਤਾ? ਕਿ ਅਗਰ ਤੁਸੀਂ ਸਾਡੇ ਸਾਈਮਨ ਕਮਿਸ਼ਨ ਦਾ ਵਿਦਰੋਹ ਕਰ ਰਹੇ ਹੋ, ਦੈਟ ਮੀਨਸ ਤੁਸੀਂ ਆਪਣੇ ਆਪ ਕੋਈ ਕਨਸਟੀਟਿਊਸ਼ਨ ਬਣਾ ਸਕਦੇ ਹੋ। ਕਹਿੰਦੇ ਅਗਰ ਤੁਸੀਂ ਸਾਡੀ ਬ੍ਰਿਟਿਸ਼ ਸਰਕਾਰ ਦਾ ਵਿਦਰੋਹ ਕਰਦੇ ਹੋ, ਸਾਡੇ ਸਾਈਮਨ ਕਮਿਸ਼ਨ ਦਾ ਵਿਦਰੋਹ ਕਰਦੇ ਹੋ, ਤਾਂ ਬਿਰਕਨ ਹੈਡ ਨੇ ਇੱਕ ਚੈਲੰਜ ਕੀਤਾ ਕਿ ਤੁਹਾਡੇ ਜੋ ਕੋਈ ਇੰਡੀਅਨ ਕੋਈ ਐਵੇਂ ਦਾ ਸਾਨੂੰ ਕੋਈ ਰਿਫਾਰਮਸ ਜਾਂ ਸਾਨੂੰ ਐਸਾ ਕੋਈ ਨੋਮੀਨਲ ਕਨਸਟੀਟਿਊਸ਼ਨ ਬਣਾ ਕੇ ਦਿਖਾ ਦਿਓ ਜਿਸ ਦੇ ਉੱਤੇ ਤੁਸੀਂ ਸਾਰੇ ਇੰਡੀਅਨਸ ਐਗਰੀ ਕਰਦੇ ਹੋਵੋ। ਅਗਰ ਤੁਸੀਂ ਉਸ ਪਰਚੇ ਦੇ ਉੱਤੇ ਲਿਖੇ ਕਨਸਟੀਟਿਊਸ਼ਨ ਦੇ ਉੱਤੇ ਪੂਰੇ ਦੇ ਪੂਰੇ ਇੰਡੀਅਨਸ ਐਗਰੀ ਕਰਦੇ ਹੋ, ਦੈਨ ਅਸੀਂ ਆਪਣਾ ਸਾਈਮਨ ਕਮਿਸ਼ਨ ਵਾਪਸ ਲੈ ਜਾਵਾਂਗੇ ਤੇ ਉਸੇ ਅਕੋਰਡਿੰਗ ਤੁਹਾਡੇ ਕੀ ਕਰ ਦਾਂਗੇ, ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਰਿਫਾਰਮਸ ਕਰ ਦਾਂਗੇ। ਸੋ ਬਿਰਕਨ ਹੈਡ ਨੇ ਕੀ ਕੀਤਾ? ਇੰਡੀਅਨਸ ਨੂੰ ਇੱਕ ਚੈਲੰਜ ਕੀਤਾ। ਕੀ ਚੈਲੰਜ ਸੀ? ਕਹਿੰਦੇ ਔਨ ਦਾ ਪ੍ਰੋਟੈਸਟ ਐਂਡ ਦਾ ਰਿਜੈਕਸ਼ਨ ਆਫ ਸਾਈਮਨ ਕਮਿਸ਼ਨ ਬਾय ਇੰਡੀਅਨ ਪੋਲੀਟੀਸ਼ੀਅਨਸ, Lord Birkenhead, the Secretary State of India, challenged Indians to form their own constitution or framework for Indians' political reforms. ਬਿਰਕਨਹੈਡ ਕਹਿੰਦਾ ਕਿ ਜੇ ਤੁਹਾਡੇ 'ਚ ਇੰਨਾ ਹੀ ਹੈ ਕਿ ਤੁਸੀਂ ਸਾਈਮਨ ਕਮਿਸ਼ਨ ਦਾ ਵਿਦਰੋਹ ਕਰਦੇ ਹੋ, ਤਾਂ ਤੁਸੀਂ ਆਪ ਆਪਣਾ ਕੋਈ ਕਨਸਟੀਟਿਊਸ਼ਨ ਲਿਖੋ, ਆਪਣੇ ਪੋਲੀਟਿਕਸ ਦੇ ਵਿੱਚ ਰਿਫਾਰਮਸ ਕਰੋ based on the consequence from all communities, Hindu, Muslim, Sikh, etc. ਕਹਿੰਦੇ ਕੁਛ ਐਵੇਂ ਦਾ ਤੁਸੀਂ ਵੀ ਸਾਨੂੰ ਕਨਸਟੀਟਿਊਸ਼ਨ ਬਣਾ ਕੇ ਦਿਖਾ ਦਿਓ ਜਿੱਥੇ ਤੁਹਾਡੀਆਂ ਸਾਰੀ ਦੀਆਂ ਸਾਰੀਆਂ ਕਮਿਊਨਿਟੀਜ਼, ਮੁਸਲਿਮ, ਹਿੰਦੂ, ਸਿੱਖ, ਕ੍ਰਿਸਚਨ ਸਾਰੇ ਹੀ ਐਗਰੀ ਕਰਦੇ ਹੋਣ। ਸੋ ਬਿਰਕਨਹੈਡ ਨੇ ਚੈਲੰਜ ਕਰਤਾ ਤੇ ਉਸ ਚੈਲੰਜ ਨੂੰ ਇੰਡੀਅਨਸ ਨੇ ਕੀ ਕੀਤਾ? ਐਕਸੈਪਟ ਕੀਤਾ। ਸਭ ਤੋਂ ਪਹਿਲਾਂ ਐਕਸੈਪਟ ਕੀਤਾ ਉਹ ਮੋਤੀ ਲਾਲ ਨਹਿਰੂ ਜੀ ਨੇ। Motilal Nehru was Motilal Nehru was the father of Jawaharlal Nehru. So Jawaharlal Nehru ਦੇ ਫਾਦਰ ਨੇ ਕੀ ਕੀਤਾ? ਇਸ ਚੈਲੰਜ ਨੂੰ ਐਕਸੈਪਟ ਕੀਤਾ ਤੇ ਉਹਨਾਂ ਨੇ ਇੱਕ ਨਹਿਰੂ ਰਿਪੋਰਟ ਦਰਜ ਕਰਵਾਈ। ਉਸ ਨਹਿਰੂ ਰਿਪੋਰਟ ਦੇ ਵਿੱਚ ਮੰਗਾਂ ਲਿਖੀਆਂ ਗਈਆਂ ਸਨ ਜਾਂ ਰਿਫਾਰਮਸ ਲਿਖੀਆਂ ਗਈਆਂ ਸਨ ਕਿ ਸਾਨੂੰ ਇਸ ਤਰੀਕੇ ਦਾ ਸੰਵਿਧਾਨ ਜਾਂ ਇਸ ਤਰੀਕੇ ਦੀਆਂ ਪੋਲੀਟਿਕਸ ਰਿਫਾਰਮਸ ਚਾਹੀਦੀਆਂ। ਉਸ ਦੇ ਵਿੱਚ ਕੁਝ ਇੰਪੋਰਟੈਂਟ ਦੇਖ ਲੈਂਦੇ ਆ ਕਿ ਕੀ ਹੀ ਡਿਮਾਂਡ ਕੀਤੀ ਸੀ। ਕਹਿੰਦੇ ਟੂ ਆਨਸਰ ਦਾ ਲਾਰਡ ਬਿਰਕਨਹੈਡਸ ਚੈਲੰਜ, ਆਲ ਪਾਰਟੀਜ਼ ਕਾਨਫਰੰਸ ਲੈਡ ਬਾਈ ਇੰਡੀਅਨ ਨੈਸ਼ਨਲ ਕਾਂਗਰਸ ਮੈਟ ਫੈਬਰਰੀ 1928। ਕਹਿੰਦੇ ਬਿਰਕਨਹੈਡ ਦੇ ਉਸ ਚੈਲੰਜ ਨੂੰ ਐਕਸੈਪਟ ਕਰਨ ਦੇ ਲਈ ਜਾਂ ਉਸ ਬਾਰੇ ਡਿਸਕਸ਼ਨ ਕਰਨ ਦੇ ਲਈ ਸਾਰੀਆਂ ਹੀ ਪਾਰਟੀਜ਼ ਦੀ ਇੱਕ ਕਾਨਫਰੰਸ ਬੁਲਾਈ ਗਈ, ਜਿਸ ਨੂੰ ਹੈਡ ਕੀਤਾ ਸੀ, ਲੀਡ ਕੀਤਾ ਸੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਫੈਬਰਰੀ 1928 ਦੇ ਵਿੱਚ। ਸੋ ਉੱਥੇ ਡਿਸਾਈਡ ਹੋਇਆ ਕਿ ਮੋਤੀ ਲਾਲ ਨਹਿਰੂ ਜੀ ਇੱਕ ਐਸੀਆਂ ਰਿਫਾਰਮਸ ਲਿਖ ਕੇ ਦੇਣਗੇ ਜੋ ਅਸੀਂ ਫਰਦਰ ਪੇਸ਼ ਕਰੀਏ, ਜਿਸ ਨੂੰ ਕਿਹਾ ਜਾਣ ਲੱਗ ਗਿਆ ਨਹਿਰੂ ਰਿਪੋਰਟ। ਸੋ ਨਹਿਰੂ ਰਿਪੋਰਟ ਦੇ ਵਿੱਚ ਇੱਕ ਮੇਨ ਡਿਮਾਂਡ ਮੰਗੀ ਗਈ, ਦੇ ਆਸਕਡ ਫॉर ਡੋਮੀਨੀਅਨ ਸਟੇਟਸ ਫॉर ਇੰਡੀਅਨ ਔਨ ਲਾਈਨਸ ਆਫ ਸੈਲਫ ਗਵਰਨਿੰਗ ਡੋਮੀਨੀਅਨਸ ਲਾਈਕ ਆਸਟ੍ਰੇਲੀਆ ਐਂਡ ਕੈਨੇਡਾ। ਕਹਿੰਦੇ ਉਹਦੇ 'ਚ ਉਹਨਾਂ ਨੇ ਕਿਹਦੀ ਮੰਗ ਕੀਤੀ? ਡੋਮੀਨੀਅਨ ਸਟੇਟਸ ਦੀ। ਠੀਕ ਹੈ, ਈਵਨ ਕਿ 1928 ਦੇ ਵਿੱਚ ਤਾਂ ਲੋਕ ਸਵਰਾਜ ਦੀ ਮੰਗ ਸ਼ੁਰੂ ਕਰਨੀ ਸੀ, ਬਟ ਨਹਿਰੂ ਜੀ ਦੇ ਫਾਦਰ ਆਪਣੇ ਮੋਤੀ ਲਾਲ ਨਹਿਰੂ ਨੇ ਉਸ ਸਮੇਂ ਕੀ ਕੀਤਾ? ਡੋਮੀਨੀਅਨ ਸਟੇਟਸ ਦੀ ਬਸ ਮੰਗ ਕੀਤੀ, ਜਿਸ ਮੰਗ ਲਈ ਜਿਹੜੇ ਯੰਗਸਟਰ ਸਨ ਜਿਵੇਂ ਜਵਾਹਰ ਲਾਲ ਨਹਿਰੂ ਹੋ ਗਏ, ਠੀਕ ਹੈ, ਜਾਂ ਸੁਭਾਸ਼ ਚੰਦਰ ਬੋਸ ਜੀ ਨੇ, ਉਹ ਵੀ ਐਗਰੀ ਨਹੀਂ ਸੀ ਕਰ ਰਹੇ ਉਹਨਾਂ ਨਾਲ। ਮੋਤੀ ਲਾਲ ਨਹਿਰੂ ਨਾਲ ਜਵਾਹਰ ਲਾਲ ਨਹਿਰੂ ਜਿੰਨੇ ਵੀ ਯੰਗ ਲੀਡਰ ਸਨ ਉਹ ਐਗਰੀ ਨਹੀਂ ਕਰ ਰਹੇ ਸਨ ਕਿ ਜੋ ਡੋਮੀਨੀਅਨ ਸਟੇਟਸ ਥੋੜੀ ਨਾ ਸਾਨੂੰ ਹੁਣ ਚਾਹੀਦਾ, ਹੁਣ ਤਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ? ਪੂਰਨ ਸਵਰਾਜ ਦੀ ਮੰਗ ਕਰਨਾ ਚਾਹੁੰਦੇ ਹਾਂ। ਬਟ ਗਾਂਧੀ ਜੀ ਨੇ ਫਿਰ ਵੀ ਇਹਨਾਂ ਨੂੰ ਕਨਵਿੰਸ ਕੀਤਾ ਕਿ ਜੋ ਮਿਲ ਰਿਹਾ ਫਿਲਹਾਲ ਆਪਾਂ ਉਹ ਲੈਣ ਦੀ ਕੋਸ਼ਿਸ਼ ਕਰੀਏ। ਸੋ ਨਹਿਰੂ ਰਿਪੋਰਟ ਉਹਨਾਂ ਨੇ ਦਰਜ ਤਾਂ ਕਰਵਾਤੀ, ਬਟ ਨਹਿਰੂ ਰਿਪੋਰਟ ਦੇ ਨਾਲ ਮੁਸਲਿਮ ਲੀਗ ਬਿਲਕੁਲ ਵੀ ਐਗਰੀ ਨਹੀਂ ਸੀ ਕਰਦੀ। ਚਲੋ ਨਹਿਰੂ ਰਿਪੋਰਟ ਨਾਲ ਜਦੋਂ ਐਗਰੀ ਨਹੀਂ ਕੀਤੇ ਤਾਂ ਕਹਿੰਦੇ ਮੁਸਲਿਮ ਲੀਗ ਕੋਈ ਐਵੇਂ ਦਾ ਕਨਸਟੀਟਿਊਸ਼ਨ ਸਾਨੂੰ ਲਿਖ ਕੇ ਦੇ ਦੇਣ ਜਿਹਦੇ ਨਾਲ ਸਾਰੀਆਂ ਕਮਿਊਨਿਟੀਜ਼ ਐਗਰੀ ਕਰਦੇ ਹੋਣ।
ਬ੍ਰਿਟਿਸ਼ ਸਰਕਾਰ ਨੇ ਕਿਹਾ ਅਸੀਂ ਮੰਨਾਂਗੇ ਉਹੀ ਜਿਹਦੇ ਨਾਲ ਤੁਸੀਂ ਆਪਣੀ ਸਾਰੀ ਕਮਿਊਨਿਟੀਜ਼ ਨੂੰ ਸੈਟੀਸਫਾਈ ਕਰਵਾ ਸਕੋ। ਤਾਂ ਜਦੋਂ ਨਹਿਰੂ ਰਿਪੋਰਟ ਨੂੰ ਮੁਸਲਿਮ ਲੀਗ ਨੇ ਐਕਸੈਪਟ ਨਾ ਕੀਤਾ ਤਾਂ ਵਾਰੀ ਆਈ ਮੁਸਲਿਮ ਲੀਗ ਦੀ। ਤਾਂ ਮੁਸਲਿਮ ਲੀਗ ਦੇ ਵਿੱਚ ਮੁਹੰਮਦ ਅਲੀ ਜਿਨਾ ਨੇ ਇੱਕ ਰਿਪੋਰਟ ਦਰਜ ਕਰਵਾਈ ਜੋ ਜਿਨਾ 14 ਪੁਆਇੰਟਸ ਦੇ ਨਾਲ ਫੇਮਸ ਹੋਈ, ਜਿਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਐਕਸੈਪਟ ਨਾ ਕੀਤਾ। ਸੋ ਦੋਨਾਂ ਪਾਸੇ ਦੇ ਵਿੱਚ ਜੋ ਬਿਰਕਨਹੈਡ ਸੀ ਉਹ ਜਿੱਤ ਗਿਆ, ਉਸ ਦਾ ਚੈਲੰਜ ਕੀ ਹੋ ਗਿਆ, ਸਕਸੈਸਫੁਲ ਹੋ ਗਿਆ, ਜਾਂ ਉਹ ਆਪਣੇ ਚੈਲੰਜ ਦੇ ਵਿੱਚ ਸਕਸੈਸਫੁਲ ਹੋਇਆ, ਕਿਉਂਕਿ ਇੰਡੀਅਨ ਵੱਲੋਂ ਐਸਾ ਕੋਈ ਕਨਸਟੀਟਿਊਸ਼ਨ ਜਾਂ ਪੋਲੀਟੀਕਲ ਰਿਫਾਰਮਸ ਉਹਨਾਂ ਕੋਲੋਂ ਬਣਾਈਆਂ ਹੀ ਨਹੀਂ ਗਈਆਂ ਜਿਹਦੇ ਨਾਲ ਉਹ ਆਪਣੀ ਸਾਰੀ ਦੀਆਂ ਸਾਰੀ ਕਮਿਊਨਿਟੀਜ਼ ਲਾਈਕ ਸਿੱਖ, ਹਿੰਦੂ, ਮੁਸਲਿਮਸ ਨੂੰ ਕਨਵਿੰਸ ਕਰ ਸਕਣ ਜਾਂ ਉਹਨਾਂ ਨੂੰ ਆਪਣੇ ਨਾਲ ਐਗਰੀ ਕਰਵਾ ਸਕਣ। ਐਟ ਦ ਐਂਡ ਹੁੰਦਾ ਕੀ ਹੈ, ਦਸੰਬਰ 1928 ਦੇ ਵਿੱਚ ਮਹਾਤਮਾ ਗਾਂਧੀ ਜੀ ਇੱਕ ਗੱਲ ਕਹਿੰਦੇ ਨੇ ਉਹਨਾਂ ਨੂੰ, ਆਪਣੇ ਬ੍ਰਿਟਿਸ਼ ਸਰਕਾਰ ਨੂੰ, ਕਿ ਅਗਰ ਤੁਸੀਂ 31 ਦਸੰਬਰ ਤੱਕ 1928 31 ਦਸੰਬਰ 1928 ਤੱਕ ਅਗਰ ਤੁਸੀਂ ਨਹਿਰੂ ਰਿਪੋਰਟ ਨੂੰ ਐਕਸੈਪਟ ਨਹੀਂ ਕਰਦੇ ਤਾਂ ਅਸੀਂ ਪੂਰਨ ਸਵਰਾਜ ਦੀ ਕੀ ਕਰਾਂਗੇ, ਮੰਗ ਕਰਾਂਗੇ। ਹੁੰਦਾ ਕੀ ਹੈ ਕਿ ਆਪਣਾ ਟਾਈਮ ਗੁਜ਼ਰ ਜਾਂਦਾ ਹੈ, 31 ਦਸੰਬਰ 1928 ਵਾਲਾ ਵੀ, ਜਦੋਂ 31 ਦਸੰਬਰ 1928 ਵਾਲਾ ਟਾਈਮ ਗੁਜ਼ਰਦਾ ਹੈ ਤਾਂ ਉਹਨਾਂ ਨੇ ਨਹਿਰੂ ਰਿਪੋਰਟ ਨੂੰ ਕੰਸੀਡਰ ਨਹੀਂ ਸੀ ਕੀਤਾ, ਜਿਸ ਕਰਕੇ ਲਾਹੌਰ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਇੱਕ ਸੈਸ਼ਨ ਕੰਡਕਟ ਕਰਵਾਇਆ ਜਾਂਦਾ ਹੈ। 31 ਦਸੰਬਰ 1928 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਸੈਸ਼ਨ ਹੁੰਦਾ ਹੈ ਜਿਸ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਕਰ ਲਈ ਜਾਂਦੀ ਹੈ ਕਿ ਹੁਣ ਸਾਨੂੰ ਡੋਮੇਨੀਅਨ ਸਟੇਟਸ ਨਹੀਂ ਚਾਹੀਦਾ, ਤੁਹਾਨੂੰ ਇੱਕ ਮੌਕਾ ਦਿੱਤਾ ਸੀ ਡੋਮੇਨੀਅਨ ਸਟੇਟਸ ਦੇਣ ਦਾ, ਬਟ ਹੁਣ ਸਾਨੂੰ ਡੋਮੇਨੀਅਨ ਸਟੇਟਸ ਨਹੀਂ ਚਾਹੀਦਾ, ਸਾਨੂੰ ਕੀ ਚਾਹੀਦਾ, ਪੂਰਨ ਸਵਰਾਜ ਚਾਹੀਦਾ। ਇਹ ਮੰਗ ਕਦੋਂ ਕੀਤੀ ਗਈ, ਦਸੰਬਰ 1928 ਲਾਹੌਰ ਸੈਸ਼ਨ ਦੇ ਵਿੱਚ। ਕਿਉਂ ਕੀਤੀ ਗਈ, ਆਲਰੇਡੀ ਮੈਂ ਤੁਹਾਨੂੰ ਸਭ ਕੁਝ ਐਕਸਪਲੇਨ ਕਰ ਚੁੱਕਿਆ। ਉਸ ਤੋਂ ਇਲਾਵਾ ਇੱਕ ਦੀਵਾਲੀ ਡੈਕਲੇਰੇਸ਼ਨ ਵੀ ਆਈ ਸੀ 1929 ਦੇ ਵਿੱਚ। ਇਹ ਹੁਣ ਟਾਈਮ ਹੈ ਜਦੋਂ ਉਹਨਾਂ ਨੇ ਪੂਰਨ ਸਵਰਾਜ ਦੀ ਮੰਗ ਕਰ ਲਈ ਸੀ। 31 ਦਸੰਬਰ 1928 ਦੇ ਵਿੱਚ ਲਾਹੌਰ ਸੈਸ਼ਨ ਦੇ ਵਿੱਚ ਉਹਨਾਂ ਨੇ ਪੂਰਨ ਸਵਰਾਜ ਦੀ ਮੰਗ ਕਰ ਲਈ ਇੰਡੀਅਨ ਨੈਸ਼ਨਲ ਕਾਂਗਰਸ ਨੇ, ਤੇ ਉਹਨਾਂ ਨੇ ਇਹ ਚੀਜ਼ ਡਿਸਾਈਡ ਕਰ ਲਈ ਸੀ ਕਿ ਅਸੀਂ 26 ਜਨਵਰੀ 1950 ਨੂੰ ਇੰਡੀਆ ਦਾ ਜੋ ਝੰਡਾ ਲਹਿਰਾ ਕੇ ਕੀ ਕਰਾਂਗੇ, ਉਸ ਦਿਨ ਨੂੰ ਅਸੀਂ ਰਿਪਬਲਿਕ ਦਿਨ ਮਨਾਉਣਾ ਸ਼ੁਰੂ ਕਰ ਦਾਂਗੇ, ਗਣਤੰਤਰ ਦਿਵਸ। ਆਪਣੇ ਪੂਰਨ ਸਵਰਾਜ ਦੀ ਮੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ 26 ਜਨਵਰੀ 1930 ਤੋਂ ਅਸੀਂ ਕੀ ਕਰਨ ਲੱਗ, 1930 ਹੈ ਠੀਕ ਹੈ, 26 ਜਨਵਰੀ 1930 ਤੋਂ ਅਸੀਂ ਕੀ ਕਰਨਾ ਸ਼ੁਰੂ ਕਰਾਂਗੇ, ਆਪਣੇ ਦੇਸ਼ ਦਾ ਰਿਪਬਲਿਕ ਦਿਨ ਮਨਾਉਣਾ ਜਾਂ ਆਪਣੇ ਪੂਰਨ ਸਵਰਾਜ ਦੀ ਮੰਗ ਦੀ ਖੁਸ਼ੀ ਨੂੰ ਜਤਾਉਣ ਦੇ ਲਈ ਇਹ ਦਿਨ ਨੂੰ ਅਸੀਂ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਾਂਗੇ। ਸੋ ਹੋਪਫੁਲੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ 26 ਜਨਵਰੀ 1950 ਨੂੰ ਹੀ ਆਪਣਾ ਸੰਵਿਧਾਨ ਲਾਗੂ ਕਿਉਂ ਕੀਤਾ ਹੈ, ਠੀਕ ਹੈ ਜੀ, ਕਿਉਂਕਿ 26 ਜਨਵਰੀ 1930 ਨੂੰ ਪਹਿਲੀ ਵਾਰ ਇਹ ਡਿਸਾਈਡ ਕੀਤਾ ਗਿਆ ਸੀ ਕਿ ਅਸੀਂ ਆਪਣਾ ਝੰਡਾ ਲਹਿਰਾ ਕੇ ਆਜ਼ਾਦੀ ਦੀ, ਪੂਰਨ ਸਵਰਾਜ ਦੀ ਮੰਗ ਕਰਾਂਗੇ। ਸੋ ਉਸ ਤੋਂ ਬਾਅਦ ਇੱਕ ਦੀਵਾਲੀ ਡੈਕਲੇਰੇਸ਼ਨ ਵੀ ਆਂਦੀ ਹੈ 1929 ਦੇ ਵਿੱਚ, ਠੀਕ ਹੈ ਜੀ। ਕਹਿੰਦੇ ਦਾ ਇਰਵਿਨ ਡੈਕਲੇਰੇਸ਼ਨ ਅਕਤੂਬਰ 1929 committed Britain to eventually dominion status for Indian। ਕਹਿੰਦੇ ਉਹ ਦੀਵਾਲੀ ਡੈਕਲੇਰੇਸ਼ਨ ਦੇ ਵਿੱਚ ਉਹਨਾਂ ਨੇ ਕਹਿਤਾ ਕਿ ਅਸੀਂ ਇੰਡੀਅਨਸ ਨੂੰ ਕੀ ਕਵਾਂਗੇ, ਕੀ ਦੇਵਾਂਗੇ, ਅਸੀਂ ਡੋਮੇਨੀਅਨ ਸਟੇਟਸ ਦੇਵਾਂਗੇ। ਇੰਡੀਅਨਸ ਕਹਿੰਦੇ ਬਈ ਉਹ ਸਾਡੀ ਪਹਿਲਾਂ ਮੰਗ ਸੀ, ਹੁਣ ਸਾਨੂੰ ਕੀ ਨਹੀਂ ਚਾਹੀਦਾ, ਡੋਮੇਨੀਅਨ ਸਟੇਟਸ ਨਹੀਂ, ਹੁਣ ਤਾਂ ਸਾਨੂੰ ਕੀ ਚਾਹੀਦਾ, ਸੰਪੂਰਨ ਸਵਰਾਜ ਚਾਹੀਦਾ। Despite such policy having been implicit for a decade, the declaration was de-announced by the right-wing conservative party। ਸੋ ਐਕਚੁਅਲੀ ਉਹ ਸਿਰਫ ਅਨਾਊਂਸਮੈਂਟਾਂ ਹੀ ਕਰਦੇ ਹੁੰਦੇ ਸਨ, ਬ੍ਰਿਟਿਸ਼ਰਸ ਕਦੇ ਵੀ ਉਹ ਨਹੀਂ ਸੀ ਦਿੰਦੇ, ਜੋ ਵੀ ਚੀਜ਼ ਉਹ ਕਹਿੰਦੇ ਸੀ ਨਾ ਉਹ ਜਸਟ ਇੱਕ ਲਾਲਚ ਦਿੰਦੇ ਸਨ, ਉਸ ਨੂੰ ਪੂਰਾ ਨਹੀਂ ਸੀ ਕਰਦੇ। ਇੰਡੀਅਨ ਨੈਸ਼ਨਲ ਕਾਂਗਰਸ ਅਨਹੈਪੀ ਓਵਰ ਨਾਟ ਗੈਟਿੰਗ ਡੋਮੇਨੀਅਨ ਸਟੇਟਸ, ਕਹਿੰਦੇ ਇਹਨਾਂ ਨੇ ਤਾਂ ਬਹੁਤ ਸਮੇਂ ਦਾ ਵਾਅਦਾ ਕਰੀ ਜਾਂਦੇ ਨੇ, ਇਹ ਸਾਨੂੰ ਡੋਮੇਨੀਅਨ ਸਟੇਟਸ ਨਹੀਂ ਦੇ ਰਹੇ, ਜਿਸ ਕਰਕੇ ਉਹਨਾਂ ਨੇ ਲਾਹੌਰ ਦੇ ਸੈਸ਼ਨ, ਸੌਰੀ ਆਪਾਂ ਨਾ ਇੱਕ ਮੈਂ ਡੇਟ ਗਲਤ ਬੋਲ ਗਈ ਹਾਂ, 1928 ਨਹੀਂ 1929 ਸੀ ਲਾਹੌਰ ਸੈਸ਼ਨ, 31 ਦਸੰਬਰ 1929। 1928 ਦੇ ਵਿੱਚ ਨਹਿਰੂ ਨੇ ਰਿਪੋਰਟ ਸਬਮਿਟ ਕਰਵਾਈ ਸੀ, ਠੀਕ ਹੈ ਜੀ। ਤਾਂ ਟਾਈਮ ਦਿੱਤਾ ਸੀ ਗਾਂਧੀ ਜੀ ਨੇ 31 ਦਸੰਬਰ 1929 ਦਾ, ਐਕਚੁਅਲੀ ਮੇਰੇ 1928 ਹੀ ਨਿਕਲ ਗਿਆ, 31 ਦਸੰਬਰ 1929 ਦਾ ਦਿੱਤਾ ਸੀ, ਜਿਸ ਤੋਂ ਬਾਅਦ 1929 ਦੇ ਵਿੱਚ ਲਾਹੌਰ ਦਾ ਸੈਸ਼ਨ ਹੋਇਆ ਸੀ ਤੇ ਉਸ ਸੈਸ਼ਨ ਦੇ ਵਿੱਚ ਦੀਵਾਲੀ ਦੀ ਡੈਕਲੇਰੇਸ਼ਨ ਪਹਿਲਾਂ ਆ ਗਈ ਸੀ। ਦੀਵਾਲੀ ਡੈਕਲੇਰੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਪਾਂ ਤੁਹਾਨੂੰ ਡੋਮੇਨੀਅਨ ਸਟੇਟਸ ਦੇ ਦਾਂਗੇ, ਬਟ
ਗਾਂਧੀ ਜੀ ਨੇ ਵੀ ਕਿਹਾ ਸੀ ਕਿ ਤੁਸੀਂ ਰਿਪੋਰਟ ਨੂੰ 31 ਦਸੰਬਰ 1929 ਤੱਕ ਇਸ ਰਿਪੋਰਟ ਨੂੰ ਐਕਸੈਪਟ ਕਰ ਲਓ, ਅਦਰਵਾਈਜ਼ ਅਸੀਂ ਪੂਰਨ ਸਵਰਾਜ ਦੀ ਮੰਗ ਕਰ ਲਾਂਗੇ। ਸੋ ਦੀਵਾਲੀ ਦੀ ਡੈਕਲੇਰੇਸ਼ਨ ਵੀ ਕਰਤੀ ਤੇ ਨਾ ਹੀ ਉਹਨਾਂ ਨੇ ਡੋਮੀਨੀਅਨ ਸਟੇਟਸ ਦਿੱਤਾ ਨਹੀਂ ਸੀ, ਉਸ ਤੋਂ ਇਲਾਵਾ ਨਾ ਹੀ ਉਹਨਾਂ ਨੇ ਨਹਿਰੂ ਰਿਪੋਰਟ ਨੂੰ ਐਕਸੈਪਟ ਕੀਤਾ ਸੀ, ਜਿਸ ਕਰਕੇ 1929 ਲਾਹੌਰ ਸੈਸ਼ਨ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਕੀ ਕਰ ਲਿਆ ਗਿਆ, ਪੂਰਨ ਸਵਰਾਜ ਦੀ ਮੰਗ ਕਰ ਲਈ ਗਈ ਤੇ ਰਾਊਂਡ ਟੇਬਲ ਕਾਨਫਰੰਸ ਤੋਂ ਜਾਣ ਤੋਂ ਮਨਾ ਕਰ ਦਿੱਤਾ ਗਿਆ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ 26 ਜਨਵਰੀ 1930 ਵਾਲਾ ਦਿਨ ਹੈ ਫਿਕਸਡ ਐਜ਼ ਅ ਫਸਟ ਇੰਡੀਪੈਂਡੈਂਸ ਡੇ ਟੂ ਬੀ ਸੈਲੀਬ੍ਰੇਟਡ ਐਵਰੀ ਈਅਰ। ਕਹਿੰਦੇ ਅਸੀਂ ਪੂਰਨ ਸਵਰਾਜ ਅਸੀਂ ਪੂਰੀ ਸੁਤੰਤਰਤਾ ਵਾਲਾ ਦਿਵਸ ਮਨਾਉਣਾ ਸਟਾਰਟ ਕਰ ਦਾਂਗੇ 26 ਜਨਵਰੀ 1930 ਤੋਂ ਹਰ ਸਾਲ। ਸੋ ਹੋਪਫੁਲੀ ਤੁਹਾਨੂੰ ਪਤਾ ਲੱਗਿਆ ਹੋਏਗਾ ਕਿ ਅਸੀਂ 26 ਜਨਵਰੀ ਨੂੰ ਰਿਪਬਲਿਕ ਦਿਨ ਕਿਉਂ ਮਨਾਉਂਦੇ ਆ ਤੇ 26 ਜਨਵਰੀ ਨੂੰ ਹੀ ਕਿਉਂ। ਉਸ ਤੋਂ ਬਾਅਦ 31 ਦਸੰਬਰ 1929 ਐਟ ਮਿਡਨਾਈਟ ਔਨ ਦਾ ਬੈਂਕ ਆਫ ਰਿਵਰ ਰਾਵੀ ਨਿਊਲੀ ਅਡੋਪਟਡ tricolor flag of freedom was hoisted amidst slogans of ਇਨਕਲਾਬ ਜ਼ਿੰਦਾਬਾਦ। ਠੀਕ ਹੈ ਜੀ। ਸੋ ਹੁੰਦਾ ਕੀ ਹੈ ਕਿ 31 ਦਸੰਬਰ 1929 ਲਾਹੌਰ ਵਾਲਾ ਸੈਸ਼ਨ ਸੀ ਜਿੱਥੇ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਹੁਣ ਪੂਰਨ ਸਵਰਾਜ ਦੀ ਮੰਗ ਕਰਾਂਗੇ। ਉੱਥੇ ਹੀ ਉਹਨਾਂ ਨੇ ਜਿਹੜਾ ਪਹਿਲਾ ਅਸੀਂ ਝੰਡਾ ਅਡੋਪਟ ਕੀਤਾ ਸੀ ਉਸਨੂੰ ਕੀ ਕਰ ਲਿਆ ਗਿਆ, ਉਸਨੂੰ ਲਹਿਰਾ ਕੇ ਇਨਕਲਾਬ ਜ਼ਿੰਦਾ ਦੇ ਕੀ ਲਗਾਏ ਗਏ, ਨਾਰੇ ਲਗਾਏ ਗਏ ਤੇ ਇਹ ਚੀਜ਼ ਡਿਸਾਈਡ ਕੀਤੀ ਗਈ ਕਿ 26 ਜਨਵਰੀ 1930 ਨੂੰ ਡਿਕਲੇਰੇਸ਼ਨ ਆਫ ਪੂਰਨ ਸਵਰਾਜ ਡਿਕਲੇਅਰ ਕਰ ਦਿੱਤਾ ਗਿਆ ਕਿ ਹੁਣ ਅਸੀਂ ਪੂਰਨ ਸੁਤੰਤਰਤਾ ਤੇ ਸਾਨੂੰ ਪੂਰਨ ਸਵਰਾਜ ਹੀ ਹੁਣ ਕੀ ਚਾਹੀਦਾ ਹੈ। ਇਸ ਤੋਂ ਬਾਅਦ ਨਹਿਰੂ ਜੀ ਨੇ ਕਿਹਾ ਕਿ ਗਾਂਧੀ ਜੀ ਵੱਲੋਂ ਚਲਾਈ ਗਈ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਹਰ ਬੰਦਾ ਕੀ ਕਰੇਗਾ, ਪਾਰਟਿਸਿਪੇਟ ਕਰੇਗਾ। ਇੰਡੀਅਨ ਨੈਸ਼ਨਲ ਕਾਂਗਰਸ ਸੈਲੀਬ੍ਰੇਟਡ ਇੰਡੀਪੈਂਡੈਂਸ ਡੇ ਐਵਰੀ ਈਅਰ 26 ਜਨਵਰੀ ਸਿੰਸ 1930। ਸੋ ਉਸ ਤੋਂ ਬਾਅਦ ਹੀ ਜਦੋਂ ਪੂਰਨ ਸਵਰਾਜ ਦੀ 1929 ਦੇ ਵਿੱਚ ਮੰਗ ਕੀਤੀ ਸੀ, ਉਸ ਤੋਂ ਬਾਅਦ ਹਰ ਸਾਲ 26 ਜਨਵਰੀ 1930 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਤੇ ਇੰਡੀਅਨਸ ਵੱਲੋਂ ਇੰਡੀਪੈਂਡੈਂਸ ਡੇ ਕੀ ਹੈ ਮਨਾਇਆ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਇੰਡੀਅਨ ਇੰਡੀਪੈਂਡੈਂਸ ਐਕਟ ਆਉਂਦਾ 1947। 1930 ਤੋਂ ਬਾਅਦ ਗੱਲ ਆਉਂਦੀ ਹੈ ਇੰਡੀਅਨ ਇੰਡੀਪੈਂਡੈਂਸ 1947 ਤੇ ਇਸ ਇੰਡੀਅਨ ਇੰਡੀਪੈਂਡੈਂਸ ਐਕਟ 1947 ਦਾ ਸਭ ਨੂੰ ਆਲਮੋਸਟ ਪਤਾ ਹੀ ਹੋਏਗਾ ਕਿ ਇਹ ਕਲਾਈਮੇਟ ਐਟਲੀ ਜੋ ਕਿ ਆਪਣੇ ਬ੍ਰਿਟੇਨ ਦੇ ਵਿੱਚ PM ਬਣਿਆ ਸੀ ਕਲਾਈਮੇਟ ਐਟਲੀ, ਉਸਨੇ ਕੀ ਹੈ ਉਰੇ ਇੰਡੀਆ ਦੇ ਵਿੱਚ ਮਾਊਂਟ ਬੈਟਨ ਨੂੰ ਇੰਡੀਆ ਦੇ ਵਿੱਚ ਭੇਜਿਆ ਕਿ ਇੰਡੀਆ ਨੂੰ ਆਜ਼ਾਦੀ ਦੇ ਕੇ ਆ ਮਾਊਂਟ ਬੈਟਨ ਨੂੰ। ਇਸ ਨੂੰ ਇੰਡੀਅਨ ਇੰਡੀਪੈਂਡੈਂਸ ਐਕਟ ਨੂੰ ਮਾਊਂਟ ਬੈਟਨ ਐਕਟ ਵੀ ਕਿਹਾ ਜਾਂਦਾ ਹੈ। ਮਾਊਂਟ ਬੈਟਨ ਇੰਡੀਆ ਦੇ ਵਿੱਚ ਆਉਂਦਾ ਹੈ, ਇੰਡੀਆ ਨੂੰ 15 ਅਗਸਤ 1947 ਦੇ ਵਿੱਚ ਕੀ ਕਰ ਜਾਂਦਾ ਹੈ, ਪੂਰੇ ਤਰੀਕੇ ਦੇ ਨਾਲ ਆਜ਼ਾਦ ਕਰ ਜਾਂਦਾ ਹੈ। ਡਿਕਲੇਅਰਡ ਇੰਡੀਆ ਐਜ਼ ਐਨ ਇੰਡੀਪੈਂਡੈਂਟ ਐਂਡ ਸੋਵਰਨ ਸਟੇਟ ਫਰੋਮ 15 ਅਗਸਤ 1947। ਕਹਿੰਦੇ ਇੰਡੀਆ ਪੂਰੇ ਤਰੀਕੇ ਦੇ ਨਾਲ ਸੋਵਰਨ ਆਜ਼ਾਦ ਹੋ ਚੁੱਕੀ ਸੀ 15 ਅਗਸਤ 1947 ਨੂੰ। ਇਸ ਦੇ ਵਿੱਚ ਉਹਨਾਂ ਨੇ ਕਿ ਵਾਈਸ ਰॉय ਦੀ ਪੋਸਟ ਨੂੰ ਪੂਰੇ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਸੀ। ਇਟ ਪ੍ਰੋਵਾਈਡਸ ਅ ਗਵਰਨਰ ਜਨਰਲ ਫॉर ਈਚ ਡੋਮੇਨੀਅਨ। ਉਹਨਾਂ ਨੇ ਹਰ ਡੋਮੇਨੀਅਨ ਦੇ ਲਈ ਇੱਕ ਗਵਰਨਰ ਜਨਰਲ ਹਾਇਰ ਕਰਤਾ ਸੀ। ਸੋ the governor general was to be appointed by the British king on the advice of Dominion cabinet। ਤੇ ਉਹ ਜੋ ਗਵਰਨਰ ਜਨਰਲ ਹੈ ਉਹ ਕਿਹਦੇ ਵੱਲੋਂ ਅਪਾਇੰਟ ਕੀਤਾ ਜਾਂਦਾ ਸੀ, ਬ੍ਰਿਟਿਸ਼ ਕਿੰਗ ਵੱਲੋਂ ਅਪਾਇੰਟ ਕੀਤਾ ਜਾਂਦਾ ਸੀ। ਸੋ ਸਾਡਾ ਜਿਹੜਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ ਸੀ ਆਫਟਰ ਦਾ ਇੰਡੀਪੈਂਡੈਂਸ 15 ਅਗਸਤ 1947 ਤੋਂ ਬਾਅਦ ਇੰਡੀਆ ਦਾ ਗਵਰਨਰ ਜਨਰਲ ਬਣਿਆ ਸੀ ਮਾਊਂਟ ਬੈਟਨ ਤੇ ਪਹਿਲਾ ਇੰਡੀਅਨ ਕੌਣ ਬਣਿਆ ਸੀ, CR ਰਾਜਾ ਗੋਪਾਲਨਚਾਰੀ ਬਣੇ ਸੀ। ਸੋ ਇਹ ਮੋਟੇ-ਮੋਟੇ ਫੈਕਟਸ ਨੇ ਕਿ ਅਸੀਂ ਆਪਣੇ ਕਨਸਟੀਟਿਊਸ਼ਨ ਨੂੰ ਅਡਾਪਟ ਕਦੋਂ ਕੀਤਾ ਸੀ, 26 ਨਵੰਬਰ 1949 ਦੇ ਵਿੱਚ ਅਸੀਂ ਆਪਣੇ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਸੀ ਤੇ 26 ਜਨਵਰੀ 1950 ਨੂੰ ਅਸੀਂ ਆਪਣੇ ਕਨਸਟੀਟਿਊਸ਼ਨ ਨੂੰ ਕੀ ਕਰ ਲਿਆ ਸੀ, ਲਾਗੂ ਕਰਤਾ ਸੀ। ਬਟ ਉਸ ਤੋਂ ਪਹਿਲਾਂ ਲਾਸਟ ਮੀਟਿੰਗ ਸਾਡੀ ਕਨਸਟੀਟਿਊਟ ਅਸੈਂਬਲੀ ਦੀ ਹੁੰਦੀ ਹੈ, ਕਦੋਂ ਹੁੰਦੀ ਹੈ ਉਹ 24 ਜਨਵਰੀ 1950 ਦੇ ਵਿੱਚ। ਤੇ ਉਹਦੀਆਂ ਕਨਸਟੀਟਿਊਸ਼ਨ ਦੀਆਂ ਬਹੁਤ ਸਾਰੀਆਂ ਪ੍ਰੋਵੀਜ਼ਨਸ ਜਿਵੇਂ ਕਿ ਸਿਟੀਜ਼ਨਸ਼ਿਪ, ਇਲੈਕਸ਼ਨਸ, ਪ੍ਰੋਵੀਜ਼ਨਲ ਪਾਰਲੀਮੈਂਟ, ਟੈਂਪਰੇਰੀ ਐਂਡ ਟਰਾਂਸਮਿਸ਼ਨਲ ਪ੍ਰੋਵੀਜ਼ਨਲ, ਇਸ ਤਰੀਕੇ ਦੀਆਂ ਕੁਝ ਕੁ ਐਸੀਆਂ ਜਿਹੜੀਆਂ ਪ੍ਰੋਵੀਜ਼ਨਸ ਹੁੰਦੀਆਂ ਸਾਡੇ ਕਨਸਟੀਟਿਊਸ਼ਨ ਦੀਆਂ ਉਹ ਤਾਂ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤੀਆਂ ਗਈਆਂ ਸਨ। ਕਿਹੜੀਆਂ ਸਿਟੀਜ਼ਨਸ਼ਿਪ, ਇਲੈਕਸ਼ਨਸ, ਪ੍ਰੋਵੀਜ਼ਨਲ ਪਾਰਲੀਮੈਂਟ, ਟੈਂਪਰੇਰੀ ਐਂਡ
ट्रांजिशनल प्रोविजनस मतलब अगर तुहानूं एग्जाम दे विच पुछया जा सकदा है कि सिटीजनशिप जां इलैक्शनस दीयां प्रोविजनस कदों लागू कीतियां गईयां, तो 26 जनवरी 1950 नहीं कहना, उत्थे आंसर होएगा 26 नवंबर 1949 ਦੇ ਵਿੱਚ ਲਾਗੂ ਕੀਤੀਆਂ ਗਈਆਂ ਸਨ। ठीक है, कुछ कॉन्स्टिट्यूशन ਦੀਆਂ प्रोविजनस 26 जनवरी 1949 ਨੂੰ ਹੀ ਲਾਗੂ ਕਰ ਦਿੱਤੀਆਂ ਗਈਆਂ ਸਨ, पर पूरे का पूरा कॉन्स्टिट्यूशन साडा संविधान 26 जनवरी 1950 ਨੂੰ ही लागू किया गया सी। सो उस तो इलावा 24 जनवरी 1950 ਨੂੰ एक लास्ट मीटिंग हुई सी जिस दे विच की किया गया सी, पहले साडे प्रेसीडेंट कौन सन साडे पहले प्रेसीडेंट डॉक्टर राजिंदर प्रसाद जी की किए गए सन, इलैक्ट किए गए सन। सो इस तो इलावा की दिता होया कहंदे द रिमेनिंग प्रोविजनस द मेजर पार्ट ऑफ द कॉन्स्टिट्यूशन केम इनटू फोर्स 26 जनवरी ਨੂੰ ਜਿਹੜਾ ਮੇजर पार्ट ਸੀ ਸਾਡੇ कॉन्स्टिट्यूशन ਦਾ ਉਹ ਲਾਗੂ ਕੀਤਾ ਗਿਆ ਸੀ। ਇਸ ਤੋਂ ਇਲਾਵਾ इस डेट ਨੂੰ 26 जनवरी 1950 ਨੂੰ ਸਾਡਾ ਕਮੈਂਸਮੈਂਟ ਡੇ ਵੀ ਕਿਹਾ ਜਾਂਦਾ ਹੈ। ਠੀਕ ਹੈ, ਅਡਾਪਟ ਕਨਸਟੀਟਿਊਸ਼ਨ 26 ਨਵੰਬਰ 1949 ਨੂੰ ਕੀਤਾ ਗਿਆ ਸੀ ਤੇ 26 ਜਨਵਰੀ 1950 ਨੂੰ ਡੇ ਆਫ ਕਮੈਂਸਮੈਂਟ ਵੀ ਕਿਹਾ ਜਾਂਦਾ ਹੈ। ਤੇ ਇਸ ਤੋਂ ਇਲਾਵਾ ਸਾਡੇ ਸਵਰਾਜ ਪੂਰਨ ਸਵਰਾਜ ਦੀ ਮੰਗ ਕਦੋਂ ਡਿਕਲੇਅਰ ਕੀਤੀ ਗਈ ਸੀ? ਲਾਹੌਰ ਸੈਸ਼ਨ 1929 ਦੇ ਵਿੱਚ। ਤੇ ਕੁਝ ਕੁ ਇੰਟਰਸਟਿੰਗ ਫੈਕਟ ਆਪਾਂ ਦੇਖ ਲੈਂਦੇ ਆ ਕਿਹੜੇ ਕਿਹੜੇ ਆ ਕਿ ਸਾਡੇ ਕਨਸਟੀਟਿਊਸ਼ਨ ਨੂੰ ਬਣਨ ਨੂੰ ਕਿੰਨਾ ਟਾਈਮ ਲੱਗਿਆ ਸੀ? 2 ਸਾਲ 11 ਮਹੀਨੇ 18 ਦਿਨ ਲੱਗ ਗਏ ਸਨ। ਤੇ ਇਹ ਵੀ ਯਾਦ ਰੱਖਣਾ ਹੈ ਕਿ ਸਾਡੀ ਕੰਟਰੀ ਦਾ ਕਨਸਟੀਟਿਊਸ਼ਨ, ਸਾਡੀ ਕੰਟਰੀ ਦਾ ਸੰਵਿਧਾਨ ਵਰਲਡ ਦਾ ਲਾਰਜੈਸਟ मतलब रिटन कॉन्स्टिट्यूशन है, वर्ल्ड पूरे संसार का लार्जैसट रिटन कॉन्स्टिट्यूशन है। जिस जदों ये इनिशियली बनया सी 26 जनवरी 1950 उस समय इस 395 395 आर्टिकल 22 पार्ट ते 8 शेड्यूल सन। हुण दी गल करिए, हुण साडे कॉन्स्टिट्यूशन दे विच अमेंडमेंट्स हो के 465 आर्टिकल 25 पार्ट्स ते 12 शेड्यूल ने। सो वर्ल्ड दा लार्जेस्ट रिटन कॉन्स्टिट्यूशन है। सो कॉन्स्टिट्यूशन की गल करते हैं तो सब तो पहला नाम डॉक्टर BR अंबेडकर जी का आउंदा है। ठीक है, सो डॉक्टर BR अंबेडकर जी का बहुत वड्डा कंट्रीब्यूशन है साडा संविधान लिखण दे विच, जिस करके इन्हां नूं की कहा जाता है फादर ऑफ इंडियन कॉन्स्टिट्यूशन जां मॉडर्न मनु भी कहा जाता है किन्हां नूं? डॉक्टर BR अंबेडकर जी नूं। सो इस तो इलावा तुहानूं ये भी पता होना चाहिए है कि जिहड़ी कैलीग्राफी सी साडे कॉन्स्टिट्यूशन दी ऑफ हिंदी वर्जन ऑफ ओरिजिनल कॉन्स्टिट्यूशन वाज डन बाय वसंत कृष्ण विद्या। ठीक है जी, किन्हां दे द्वारा की गई सी? ओरिजिनल जिहड़ा कॉन्स्टिट्यूशन सी उहदी कैलीग्राफी वसंत कृष्णा विद्या दे द्वारा की गई सी। इस तो इलावा उसनूं डेकोरेट किसने किया सी? नंद लाल बोस। ये तो एग्जाम पॉइंट ऑफ व्यू नाल बहुत इंपॉर्टेंट है कि उहदी डेकोरेशन किसने की सी, जो इस तरीके नाल वेलां बणियां होईयां ने। ठीक है, सो उस नंद लाल बोस ने की सी। इस तो इलावा तुहानूं पता होना चाहिए कि जिहड़ी लास्ट मीटिंग साडे कॉन्स्टिट्यूट असैंबली दी होई सी 26 जनवरी 1950 ਦੇ ਵਿੱਚ ਉਸ ਦੇ ਵਿੱਚ ਸਾਡਾ ਨੈਸ਼ਨਲ ਸੌਂਗ ਤੇ ਨੈਸ਼ਨਲ ਜੋ ਐਂਥਮ ਹੈ ਉਸ ਨੂੰ ਅਡਾਪਟ ਕੀਤਾ ਗਿਆ ਸੀ ਤੇ ਜੋ ਸਾਡਾ ਨੈਸ਼ਨਲ ਫਲੈਗ ਹੈ ਉਹ 22 ਜੁਲਾਈ 1947 ਨੂੰ ਕੀ ਕੀਤਾ ਗਿਆ ਸੀ? ਅਡਾਪਟ ਕੀਤਾ ਗਿਆ ਸੀ। 22 ਜੁਲਾਈ 1947 ਨੂੰ ਅਡਾਪਟ ਕੀਤਾ ਗਿਆ ਸੀ। ਸੋ ਇਹ ਸੀ ਸਾਡਾ जो रिपब्लिक डे है ये क्यों मनाया जाता है, ये पिछे पूरा इतिहास है। सो होपफुली तुहानूं समझ आया होएगा ते तुसी अपना जो 26 जनवरी है जिसनूं रिपब्लिक डे या फिर गणतंत्र दिवस कहते हैं उसनूं हैप्पीली सैलीब्रेट करना है। थैंक यू सो मच।